ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਵੀਡੀਓ ਲੈਸਨ ਵਿੱਚ ਪਿਆਰੇ ਬੱਚਿਓ ਅਸੀਂ ਪਰਮੇਯ ਸੰਖਿਆਵਾਂ ਦਾ ਸੰਖਿਆ ਰੇਖਾ ਤੇ ਨਿਰੂਪਣ ਕਿਵੇਂ ਕਰਨਾ ਹੈ ਇਹ ਸਿੱਖਾਂਗੇ। ਸਾਨੂੰ ਪਤਾ ਹੈ ਕਿ ਸੰਖਿਆ ਰੇਖਾ ਦੇ ਵਿੱਚ ਤੁਸੀਂ ਛੋਟੀਆਂ ਕਲਾਸਿਸ ਦੇ ਵਿੱਚ ਪੜ੍ਹ ਕੇ ਆਏ ਹੋ, 0 ਦੇ ਸੱਜੇ ਪਾਸੇ ਸਾਡੇ ਕੋਲ ਸਾਰੀਆਂ ਧਨਾਤਮਕ ਸੰਖਿਆਵਾਂ ਹੁੰਦੀਆਂ ਨੇ ਅਤੇ 0 ਦੇ ਖੱਬੇ ਪਾਸੇ ਸਾਡੇ ਕੋਲ ऋणात्मक ਸੰਖਿਆਵਾਂ ਹੁੰਦੀਆਂ ਨੇ। ਠੀਕ ਹੈ, ਆਪਾਂ ਇਹ ਕਹਿ ਸਕਦੇ ਹਾਂ ਕਿ 1 ਤੋਂ ਇਹ ਵਾਲੀਆਂ ਜਿਹੜੀਆਂ ਇਸ ਸਾਈਡ ਸਾਰੀਆਂ ਸੰਖਿਆਵਾਂ ਨੇ ਸਾਡੇ ਕੋਲ ਪ੍ਰਾਕਿਰਤਿਕ ਸੰਖਿਆਵਾਂ ਨੇ। ਇਸ ਤੋਂ ਬਾਅਦ 0 ਨੂੰ ਅਗਰ ਅਸੀਂ ਵਿੱਚ ਲੈ ਲਈਏ ਤਾਂ ਇਹ ਸਾਡੇ ਕੋਲ ਪੂਰਨ ਸੰਖਿਆਵਾਂ ਹੋ ਜਾਂਦੀਆਂ ਨੇ। ਜੇ ਅਸੀਂ ਇਹ ऋणात्मक ਸੰਖਿਆਵਾਂ ਵੀ ਨਾਲ ਲੈ ਲਈਏ ਤਾਂ ਇਹ ਸਾਰੀਆਂ ਸਾਡੇ ਕੋਲ ਜਿਹੜੀਆਂ ਨੇ ਉਹ ਸੰਪੂਰਨ ਸੰਖਿਆਵਾਂ ਹੋ ਜਾਂਦੀਆਂ ਨੇ। ਠੀਕ ਹੈ, तो बच्चों हो सकता है ये साडे दिमाग दे विच आ सकता है कि जिहड़ा 0 तो 1 दे विचकार ये सारी स्थान है साडे कोल सारा स्थान कि इन्हां वास्ते भी किसी संख्यावां नूं अंकित किया जा सकता है। इस तरह 1 तो 2 दे विचकार साडे कोल खाली स्थान है, 2 तो 3 दे विचकार खाली स्थान है ना। आपां देखते हैं कि सारियां दो कंसैक्टिव जिहड़ियां लगातार संपूर्ण संख्यावां ने उन्हां दे विचकार साडे कोल कुछ ना कुछ खाली स्थान है कि इन्हां स्थानां दे उत्ते भी असीं कोई संख्यावां नूं निरूपित कर सकते हैं। तो इसका जवाब है हाँ, बिल्कुल कर सकते हैं। 0 ते 1 दे विचकार अगर उदाहरण के तौर पर मैं लवां तो ये साडे कोल अणगिणत बिंदु ने, हर बिंदु के लिए साडे कोल कोई ना कोई संख्या जिहड़ी है वो एग्जिस्ट करती है जिहड़ी कि असीं इत्थे दर्शा सकते हैं। ठीक है, तो आपां इस लैसन दे विच असीं परमेय संख्यावां नूं संख्या रेखा ते किवें दर्शाउणा है उहदे बारे करांगे गल। तो 0 ਅਤੇ 1 ਦੇ ਵਿਚਕਾਰ ਸਾਡੇ ਕੋਲ ਅਣਗਿਣਤ ਪਰਮੇਯ ਸੰਖਿਆਵਾਂ ਹਨ। 1 ਤੋਂ 2 ਦੇ ਵਿਚਕਾਰ ਸਾਡੇ ਕੋਲ ਅਣਗਿਣਤ ਪਰਮੇਯ ਸੰਖਿਆਵਾਂ ਹੁੰਦੀਆਂ ਹਨ। ਉਹ ਪਰਮੇਯ ਸੰਖਿਆਵਾਂ ਨੂੰ ਕਿਵੇਂ ਅਸੀਂ ਹੁਣ ਸੰਖਿਆ ਰੇਖਾ ਦੇ ਉੱਤੇ ਦਰਸਾਉਣਾ ਹੈ ਉਹ ਅਸੀਂ ਇੱਕ ਇੱਕ ਕਰਕੇ ਉਹਨੂੰ ਅਸੀਂ ਸਮਝਣ ਦਾ ਯਤਨ ਇਸ ਵੀਡੀਓ ਦੇ ਵਿੱਚ ਕਰਾਂਗੇ। ਹਾਂਜੀ ਵਿਦਿਆਰਥੀਓ, ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜਿਹੜੇ ਸਾਡੇ ਕੋਲ 0 ਤੋਂ 1 ਦੇ ਵਿਚਕਾਰ ਦਾ ਖਾਲੀ ਸਥਾਨ ਸੀ ਉਹਨੂੰ ਮੈਂ 2 ਬਰਾਬਰ ਭਾਗਾਂ ਦੇ ਵਿੱਚ ਵੰਡ ਲਿਆ। ਇਸੇ ਤਰ੍ਹਾਂ 1 ਤੋਂ 2 ਦੇ ਵਿਚਕਾਰ ਜਿਹੜਾ ਸਾਡੇ ਕੋਲ ਸਥਾਨ ਸੀ ਉਹਨੂੰ ਵੀ ਅਸੀਂ 2 ਬਰਾਬਰ ਭਾਗਾਂ ਦੇ ਵਿੱਚ ਵੰਡ ਲਿਆ। ਇਸੇ ਤਰ੍ਹਾਂ ਸਾਰੇ ਹੀ ਹਿੱਸਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਹੀ ਜਿਹੜੇ ਹਿੱਸੇ ਸੀ ਉਹਨਾਂ ਨੂੰ ਅਸੀਂ 2-2 ਬਰਾਬਰ ਹਿੱਸਿਆਂ ਦੇ ਵਿੱਚ ਵੰਡ ਲਿਆ ਹੈ। ਠੀਕ ਹੈ, ਤਾਂ ਅਸੀਂ ਇੱਥੋਂ ਸ਼ੁਰੂ ਕਰਦੇ ਹਾਂ। ਜਿੱਦਾਂ 0 ਤੋਂ 1 ਦੇ ਵਿਚਕਾਰ ਇਹ ਸਾਡੇ ਕੋਲ ਪੂਰਾ ਜਿਹੜਾ ਹਿੱਸਾ ਸੀ ਉਹਨੂੰ 2 ਇਕੁਅਲ ਪਾਰਟਸ ਦੇ ਵਿੱਚ ਅਸੀਂ ਡਿਵਾਈਡ ਕਰ ਲਿਆ ਹੈ। ਤੋ ਹੁਣ ਸਾਨੂੰ ਅਸੀਂ ਸੰਖਿਆ 1/2 ਦੇ ਨਾਲ ਭਲੀ ਭਾਂਤ ਪਰਿਚਿਤ ਹਾਂ। ਠੀਕ ਹੈ ਨਾ, ਇਹ ਸਾਡੇ ਕੋਲ ਭਿੰਨ ਦੇ ਵਿੱਚ ਵੀ ਆਪਾਂ ਇਹਨੂੰ ਪੜ੍ਹਿਆ। ਇਹਦਾ ਭਾਵ ਸਾਡੇ ਕੋਲ ਹੁੰਦਾ ਹੈ ਕਿ 2 ਬਰਾਬਰ ਹਿੱਸਿਆਂ ਦੇ ਵਿੱਚੋਂ ਇੱਕ ਹਿੱਸਾ। ਠੀਕ ਹੈ, ਇਹਨੂੰ ਅਸੀਂ ਅੱਧਾ ਵੀ ਕਹਿੰਦੇ ਹਾਂ। ਠੀਕ ਹੈ, ਔਰ ਅਸੀਂ ਇਹਨੂੰ ਬੋਲਦੇ ਹਾਂ ਕਿ 2 ਬਰਾਬਰ ਭਾਗਾਂ ਦੇ ਵਿੱਚੋਂ ਇੱਕ ਭਾਗ। ਤੋਂ 0 ਤੋਂ 1 ਤੱਕ ਜਦੋਂ ਅਸੀਂ ਇਹਨੂੰ 2 ਬਰਾਬਰ ਭਾਗਾਂ ਦੇ ਵਿੱਚ ਵੰਡ ਲਿਆ ਤਾਂ ਜਿਹੜਾ ਪਹਿਲਾ ਭਾਗ ਹੈ ਸਾਡੇ ਕੋਲ ਇਹ 1/2 ਨੂੰ ਦਰਸਾਏਗਾ। ਠੀਕ ਹੈ, तो इसलिए 0 ਤੋਂ 1 ਵੱਲ ਜਾਂਦੇ ਆ ਜਦੋਂ ਅੱਧਾ ਸਾਡੇ ਕੋਲੇ ਹਾਫ ਇੱਥੇ ਹੋ ਜਾਂਦਾ ਤਾਂ ਇਹ ਜਿਹੜਾ ਬਿੰਦੂ ਹੈ ਇਹਨੂੰ ਅਸੀਂ 1/2 ਲਿਖਦੇ ਹਾਂ। ਇਹ ਬਿੰਦੂ ਸਾਡੇ ਕੋਲ 1/2 ਨੂੰ ਦਰਸਾਉਂਦਾ ਹੈ। ਠੀਕ ਹੈ, ਇਸੇ ਤਰ੍ਹਾਂ ਅਗਲੀ ਜਿਹੜੀ ਇੱਕ ਸੰਖਿਆ ਹੈ ਇਹਨੂੰ ਅਸੀਂ 2/2 ਲਿਖ ਸਕਦੇ ਹਾਂ ਕਿ ਦੋਨਾਂ ਦੇ ਵਿੱਚੋਂ 2 ਭਾਗ ਅਸੀਂ ਇਹਦੇ ਵਿੱਚ ਲੈ ਲਏ ਨੇ। ਇਸੇ ਤਰ੍ਹਾਂ ਅਗਲਾ ਜਿਹੜਾ ਹੈ ਇਹ ਸਾਡੇ ਕੋਲ 3/2 ਬਿੰਦੂ 3/2 ਪਰਮੇਯ ਸੰਖਿਆਵਾਂ ਨੂੰ ਦਰਸਾਏਗਾ। ਠੀਕ ਹੈ, तो क्योंकि सानू पता है कि संख्या रेखा के उत्ते 0 के सज्जे पासे जिहड़ा साडे कोल नंबर हुंदे ने उन्हां दा ही ऋणात्मक साडे कोल जिहड़ा है वो 0 के खब्बे पासे हुंदा है। भाव जिवें 1 सी साडे कोल 0 के खब्बे सज्जे पासे तो खब्बे पासे साडे कोल -1 है, सज्जे पासे साडे कोल 2 सी तो इहदे कोरस्पोंडिंग साडे कोल खब्बे पासे -2 है। तो इसी ढंग दे नाल 0 के खब्बे सज्जे पासे जेकर मैं 1/2 लगाया है तो खब्बे पासे इधर -1/2 संख्या जिहड़ी है वो आ जाएगी। और इसी तरह 1 ਦੇ ਨਾਲ 3/2 है तो इधर -1 ਤੋਂ ਸਾਡੇ ਕੋਲ ਉਹਦੇ ਖੱਬੇ ਹੱਥ -3/2 ਸੰਖਿਆ ਜਿਹੜਾ ਹੈ ਉਹ ਆ ਜਾਏਗੀ। तो ਇਹ ਪਰਮੇਯ ਸੰਖਿਆਵਾਂ ਨੂੰ ਇਸ ਤਰ੍ਹਾਂ ਅਸੀਂ ਸੰਖਿਆ ਰੇਖਾ ਦੇ ਉੱਤੇ ਦਰਸਾ ਸਕਦੇ ਹਾਂ। ਠੀਕ ਹੈ, तो ਇਸੇ ਢੰਗ ਦੇ ਨਾਲ ਅਸੀਂ ਹੋਰ ਵੀ ਜਿਹੜੀਆਂ ਉਦਾਹਰਨਾਂ ਲਵਾਂਗੇ ਤਾਂ ਕਿ ਸਾਨੂੰ ਇਹ ਜਿਹੜਾ ਕਨਸੈਪਟ ਹੈ ਉਹ ਚੰਗੀ ਤਰ੍ਹਾਂ ਕਲੀਅਰ ਹੋ ਜਾਏ। ਇਸ ਤੋਂ ਬਾਅਦ ਮੰਨ ਲਓ ਕਿ ਅਸੀਂ ਸੰਖਿਆ 2/3 ਪਰਮੇਯ ਸੰਖਿਆ ਨੂੰ ਅਸੀਂ ਸੰਖਿਆ ਰੇਖਾ ਦੇ ਉੱਤੇ ਦਰਸਾਉਣਾ ਹੈ। तो ਇਹਦੇ ਵਾਸਤੇ ਸਾਨੂੰ ਇੱਕ ਚੀਜ਼ ਧਿਆਨ ਦੇ ਵਿੱਚ ਉਹ ਰੱਖਣੀ ਪਏਗੀ। ਜਿਵੇਂ ਪਹਿਲੇ ਕੇਸ ਦੇ ਵਿੱਚ ਅਸੀਂ 1/2 ਨੂੰ ਸੰਖਿਆ ਰੇਖਾ ਤੇ ਦਰਸਾਉਣਾ ਸੀ ਤਾਂ ਸਾਡੇ ਕੋਲ ਇੱਥੇ ਜਿਹੜਾ ਹਰ ਸੀ ਉਹ ਕੀ ਸੀ 2। ਅਗਰ ਹਰ 2 ਸੀ ਤਾਂ ਅਸੀਂ ਕੀ ਕੀਤਾ, ਜਿਹੜਾ ਸਾਡੇ ਕੋਲ 2 ਸੰਪੂਰਨ ਸੰਖਿਆਵਾਂ ਦੇ ਵਿਚਕਾਰ ਵਾਲਾ ਪੋਰਸ਼ਨ, ਵਿਚਕਾਰ ਵਾਲੀ ਹਿੱਸਾ ਸੀ ਵਿਚਕਾਰ ਵਾਲਾ, ਉਹਨੂੰ ਅਸੀਂ 2 ਹੀ ਹਿੱਸਿਆਂ ਦੇ ਵਿੱਚ ਵੰਡਿਆ ਸੀ। ਠੀਕ ਹੈ, ਸਾਰੀ ਜਗ੍ਹਾ ਤੁਸੀਂ ਦੇਖ ਸਕਦੇ ਹੋ 3 ਤੋਂ 4 ਦੇ ਵਿਚਕਾਰ ਵੀ 2 ਭਾਗਾਂ 'ਚ, 2 ਤੋਂ 3 ਦੇ ਵਿਚਕਾਰ ਵੀ 2 ਭਾਗਾਂ ਦੇ ਵਿੱਚ, ਇਸੇ ਤਰ੍ਹਾਂ 1 ਤੋਂ 2 ਦੇ ਵਿਚਕਾਰ ਨੂੰ ਵੀ ਬਰਾਬਰ 2 ਭਾਗਾਂ ਦੇ ਵਿੱਚ ਵੰਡਿਆ ਸੀ। ਇਹ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਇਹਨੂੰ ਅਸੀਂ 2 ਹਿੱਸਿਆਂ ਦੇ ਵਿੱਚ ਵੰਡਣਾ ਹੈ? ਉਹ ਸਾਨੂੰ ਜਿਹੜੀ ਸੰਖਿਆ ਅਸੀਂ ਸੰਖਿਆ ਰੇਖਾ ਤੇ ਦਰਸਾਉਣੀ ਹੈ ਉਹਦੇ ਹਰ ਤੋਂ ਪਤਾ ਲੱਗਦਾ ਹੈ। ਠੀਕ ਹੈ, ਤਾਂ ਇਸੇ ਢੰਗ ਦੇ ਨਾਲ ਅਗਰ ਅਸੀਂ 2/3 ਨੂੰ
ਸੰਖਿਆ ਰੇਖਾ ਦੇ ਉੱਤੇ ਦਰਸਾਉਣਾ ਹੈ ਤਾਂ ਸਾਨੂੰ ਇਹ ਜਿਹੜੇ 1 ਤੋਂ 2 ਦਾ ਹਿੱਸਾ 0 ਤੋਂ 1 ਤੱਕ ਦਾ ਹਿੱਸਾ ਹੈ 1 ਤੋਂ 2 ਤੱਕ ਦਾ ਹਿੱਸਾ ਹੈ ਇਹਨੂੰ ਸਾਨੂੰ ਬਰਾਬਰ 3 ਭਾਗਾਂ ਦੇ ਵਿੱਚ ਪਹਿਲਾਂ ਵੰਡਣਾ ਪਏਗਾ। ਕਿਉਂ? ਕਿਉਂਕਿ ਸਾਡੇ ਕੋਲ ਇਹ ਜਿਹੜੀ ਸੰਖਿਆ ਹੈ ਇਹਦਾ ਹਰ ਜਿਹੜਾ ਸਾਡੇ ਕੋਲ ਉਹ 3 ਹੈ। ਠੀਕ ਹੈ, ਤਾਂ ਹੁਣ ਅਸੀਂ ਇੱਥੇ ਇੱਕ ਸੰਖਿਆ ਰੇਖਾ ਦਰਸਾਵਾਂਗੇ। ਸੋ ਪਿਆਰੇ ਵਿਦਿਆਰਥੀਓ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸੰਖਿਆ ਰੇਖਾ ਦੇ ਉੱਤੇ 0 1 2 ਇਸੇ ਤਰ੍ਹਾਂ -1 ਤੇ -2 ਨੂੰ ਨਿਰੂਪਿਤ ਕੀਤਾ ਹੈ ਔਰ ਇਹਨਾਂ ਦੇ ਜੋ ਵਿਚਕਾਰ ਵਾਲਾ ਸਾਡੇ ਕੋਲ ਭਾਗ ਹੈ ਉਹਨੂੰ ਅਸੀਂ ਬਰਾਬਰ 3 ਹਿੱਸਿਆਂ ਦੇ ਵਿੱਚ ਵੰਡ ਲਿਆ ਹੈ। ਕਿਉਂ? ਕਿਉਂਕਿ ਅਸੀਂ 2/3 ਨੂੰ ਇਸ ਸੰਖਿਆ ਰੇਖਾ ਦੇ ਉੱਤੇ ਨਿਰੂਪਿਤ ਕਰਨਾ ਹੈ ਔਰ ਇਹ ਸੰਖਿਆ ਦਾ ਜਿਹੜਾ ਹਰ ਹੈ ਉਹ ਸਾਡੇ ਕੋਲ ਸੰਖਿਆ 3 ਹੈ। ਜਿੰਨੀ ਇਹ ਸਾਡੇ ਕੋਲ ਸੰਖਿਆ ਹੋਏਗੀ ਹਰ ਦੀ ਉਨੇ ਹੀ ਭਾਗਾਂ ਦੇ ਵਿੱਚ ਅਸੀਂ ਇਹ ਵਾਲੇ ਹਿੱਸਿਆਂ ਨੂੰ ਵੰਡ ਲਵਾਂਗੇ। ਠੀਕ ਹੈ, ਤਾਂ ਹੁਣ 2/3 ਕਿਉਂਕਿ ਇੱਕ ਧਨਾਤਮਕ ਸੰਖਿਆ ਹੈ ਤਾਂ ਇਹ 0 ਦੇ ਸੱਜੇ ਪਾਸੇ ਸਥਿਤ ਹੋਏਗੀ। तो 0 ਤੋਂ ਸੱਜੇ ਪਾਸੇ ਅਸੀਂ ਦੇਖਦੇ ਹਾਂ 0 ਤੋਂ 1 ਤੱਕ ਅਸੀਂ ਇਹਨੂੰ 3 ਬਰਾਬਰ ਹਿੱਸਿਆਂ ਦੇ ਵਿੱਚ ਵੰਡ ਲਿਆ ਹੈ। तो 2/3 ਦਾ ਮਤਲਬ ਕੀ ਹੁੰਦਾ ਸਾਡੇ ਕੋਲ ਕਿ 3 ਬਰਾਬਰ ਭਾਗਾਂ ਦੇ ਵਿੱਚੋਂ 2 ਹਿੱਸੇ 2 ਭਾਗ। ਠੀਕ ਹੈ, तो ਇਹ ਸਾਡੇ ਕੋਲ ਪਹਿਲਾ ਭਾਗ ਹੈ ਇਹ ਸਾਡੇ ਕੋਲ ਬਣੇਗਾ 1/3। ਇਹ ਬਿੰਦੂ ਸਾਡੇ ਕੋਲ ਇਹ ਹਿੱਸਾ ਸਾਡੇ ਕੋਲ ਪੂਰੇ ਹਿੱਸੇ ਦਾ ਤੀਜਾ ਭਾਗ ਹੈ। तो 0 ਤੋਂ ਇੱਥੇ ਤੱਕ ਆਉਂਦਿਆਂ ਸਾਡੇ ਕੋਲ ਜਿਹੜੀ ਸੰਖਿਆ ਹੈ ਉਹ 1/3 ਬਣੇਗੀ। ਇਸ ਤੋਂ ਬਾਅਦ ਅਗਲੀ ਜਿਹੜੇ ਸਾਡੇ ਕੋਲ ਬਿੰਦੂ ਹੈ ਇਹ 2/3 ਨੂੰ ਨਿਰੂਪਿਤ ਕਰੇਗਾ। ਠੀਕ ਹੈ ਬੱਚਿਓ, तो देखो किन्ने ही सौखे ढंग दे नाल आपां संख्या 2/3 ਨੂੰ ਸੰਖਿਆ ਰੇਖਾ ਦੇ ਉੱਤੇ ਦਰਸਾ ਦਿੱਤਾ ਹੈ। ਠੀਕ ਹੈ, ਇਸੇ ਢੰਗ ਦੇ ਨਾਲ ਮੈਂ ਅੱਗੇ ਚੱਲਦਾ ਜਾਵਾਂ ਤਾਂ ਇਹ ਜਿਹੜੀ ਸੰਖਿਆ 1 ਹੈ 2/3 ਤੋਂ ਬਾਅਦ ਇਹ 3/3 ਬਣੇਗਾ। ਠੀਕ ਹੈ, और फिर अगली संख्या अगला बिंदु है जिहड़ा 4/3 ਨੂੰ ਨਿਰੂਪਿਤ ਕਰੇਗਾ। ਇਸੇ ਤਰ੍ਹਾਂ ਇਹ 5/3 ਨੂੰ ਨਿਰੂਪਿਤ ਕਰੇਗਾ। ਇਸੇ ਤਰ੍ਹਾਂ ਅਸੀਂ ਕਰਦੇ ਜਾਵਾਂਗੇ ਤਾਂ ਅਗਲੀਆਂ ਉਹ ਸਾਰੀਆਂ ਪ੍ਰਮੇय ਸੰਖਿਆਵਾਂ ਸੰਖਿਆ ਰੇਖਾ ਦੇ ਉੱਤੇ ਦਰਸਾਈਆਂ ਜਾ ਸਕਦੀਆਂ ਨੇ ਜਿਨ੍ਹਾਂ ਦੇ ਹਰ ਦੇ ਵਿੱਚ ਸਾਡੇ ਕੋਲ 3 ਹੈ। तो 0 ਦੇ ਦੂਜੇ ਪਾਸੇ ਜੇ ਸੱਜੇ ਤੋਂ ਖੱਬੇ ਪਾਸੇ ਅਸੀਂ ਆਵਾਂਗੇ ਤਾਂ ਇਹ ਸਾਰੀਆਂ ਹੀ ਸੰਖਿਆਵਾਂ ਇਧਰ ਰਿਣਾਤਮਕ ਰੂਪ ਦੇ ਵਿੱਚ ਦਰਸਾਈਆਂ ਜਾ ਸਕਦੀਆਂ ਨੇ। ਇਹ 0 ਹੈ ਸਾਡੇ ਕੋਲ ਤੇ ਇਹ -1/3 ਬਣ ਜਾਏਗਾ। ਇਹ ਸਾਡੇ ਕੋਲ -2/3 ਬਣੇਗਾ। ਇਸੇ ਤਰ੍ਹਾਂ ਇਹ ਸੰਖਿਆ ਜਿਹੜਾ -1 ਹੈ ਇਹ ਸਾਡੇ ਕੋਲ -3/3 ਦੇ ਬਰਾਬਰ ਹੈ, -4/3 ਤੇ -5/3। ਠੀਕ ਹੈ ਵਿਦਿਆਰਥੀਓ, तो ਅਗਰ ਹਰ ਦੇ ਵਿੱਚ 2 ਹੈ ਤਾਂ ਉਹਨੂੰ ਸੰਖਿਆ ਰੇਖਾ ਤੇ ਕਿਵੇਂ ਨਿਰੂਪਿਤ ਕਰਨਾ ਹੈ। ਹੁਣ ਹਰ ਦੇ ਵਿੱਚ ਅਗਰ ਸਾਡੇ ਕੋਲ 3 ਹੈ ਫਿਰ ਉਹਨੂੰ ਸੰਖਿਆ ਰੇਖਾ ਤੇ ਕਿਵੇਂ ਨਿਰੂਪਿਤ ਕਰਨਾ ਇਹ ਅਸੀਂ ਸਿੱਖਿਆ ਹੈ। तो ਇਸੇ ਢੰਗ ਦੇ ਨਾਲ ਜੇ ਅਸੀਂ ਅੱਗੇ ਚੱਲਦੇ ਜਾਵਾਂਗੇ ਤਾਂ ਹਰ ਦੇ ਵਿੱਚ ਸਾਡੇ ਕੋਲ ਜਿੰਨੀ ਵੀ ਸੰਖਿਆ ਆਏਗੀ ਉਹਦੇ ਹੀ ਹਿਸਾਬ ਦੇ ਨਾਲ ਆਪਾਂ ਇਹ ਵਾਲੇ ਭਾਗਾਂ ਨੂੰ ਉਨੇ ਭਾਗਾਂ ਦੇ ਵਿੱਚ ਵੰਡ ਕੇ ਦਿੱਤੀ ਹੋਈ ਸੰਖਿਆ ਨੂੰ ਪ੍ਰਮੇय ਸੰਖਿਆ ਨੂੰ ਸੰਖਿਆ ਰੇਖਾ ਉੱਤੇ ਨਿਰੂਪਿਤ ਕਰ ਪਾਵਾਂਗੇ। ਹੁਣ ਅਸੀਂ ਸੰਖਿਆਵਾਂ 1/8 2/8 3/8 ਇਸੇ ਤਰ੍ਹਾਂ 7/8 ਤੱਕ ਸਾਰੀਆਂ ਸੰਖਿਆਵਾਂ ਨੂੰ ਸੰਖਿਆ ਰੇਖਾ ਦੇ ਉੱਤੇ ਨਿਰੂਪਿਤ ਕਰਾਂਗੇ। ਉਹਦੇ ਲਈ ਅਸੀਂ ਕੀ ਕਰਾਂਗੇ, ਹੁਣ ਇਹ ਸਾਰੀਆਂ ਸੰਖਿਆਵਾਂ ਦੇ ਹਰ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਸਾਡੇ ਕੋਲ 8 ਹੈ। ਇਹਦਾ ਮਤਲਬ 0 ਤੋਂ 1 ਤੱਕ ਦਾ ਜਿਹੜਾ ਭਾਗ ਹੈ ਜਾਂ 1 ਤੋਂ 2 ਤੱਕ ਦੇ ਜਿਹੜੇ ਸਾਡੇ ਕੋਲ ਭਾਗ ਨੇ ਸੰਖਿਆ ਰੇਖਾ ਦੇ ਉੱਤੇ ਇਹਨਾਂ ਨੂੰ ਅਸੀਂ 8 ਬਰਾਬਰ ਹਿੱਸਿਆਂ ਦੇ ਵਿੱਚ ਵੰਡਾਂਗੇ ਤਾਂ ਹੀ ਅਸੀਂ ਇਹ ਸਾਰੀਆਂ ਸੰਖਿਆਵਾਂ ਨੂੰ ਸੰਖਿਆ ਰੇਖਾ ਉੱਤੇ ਨਿਰੂਪਿਤ ਕਰ ਪਾਵਾਂਗੇ। ਵਿਦਿਆਰਥੀਓ ਤੁਸੀਂ ਦੇਖ ਸਕਦੇ ਹੋ ਕਿ ਸੰਖਿਆ ਰੇਖਾ ਦੇ ਉੱਤੇ ਅਸੀਂ ਇਹਨੂੰ ਥੋੜਾ ਵੱਡਾ ਕਰਕੇ ਬਣਾ ਲਿਆ ਹੈ ਔਰ 0 ਤੋਂ 1 ਤੱਕ ਦੇ ਵਿਚਕਾਰ ਦਾ ਜਿਹੜਾ ਸਾਡੇ ਕੋਲ ਸਥਾਨ ਸੀ ਉਹਨੂੰ ਅਸੀਂ ਬਰਾਬਰ 8 ਭਾਗਾਂ ਦੇ ਵਿੱਚ ਵੰਡ ਲਿਆ ਹੈ। ਇਸੇ ਤਰ੍ਹਾਂ ਅੱਗੇ ਵਾਲੇ ਹਿੱਸਿਆਂ ਨੂੰ ਵੀ ਉਨੇ ਹੀ ਬਰਾਬਰ ਭਾਗਾਂ ਦੇ ਵਿੱਚ ਵੰਡ ਲਿਆ ਹੈ। ਠੀਕ ਹੈ, तो ਇਹਦੇ ਵਿੱਚ ਅਸੀਂ ਹੁਣ 1/8 2/8 ਕਿਉਂਕਿ ਇਹ ਸਾਰੀਆਂ ਧਨਾਤਮਕ ਸੰਖਿਆਵਾਂ ਨੇ ਇਸ ਕਰਕੇ 0 ਦੇ ਸੱਜੇ ਪਾਸੇ ਆਣਗੀਆਂ। ਠੀਕ ਹੈ, तो ਅਸੀਂ ਦੇਖਦੇ ਹਾਂ ਸੰਖਿਆਵਾਂ ਨੂੰ ਕਿਵੇਂ ਆਪਾਂ ਨਿਰੂਪਿਤ ਕਰ ਸਕਦੇ ਹਾਂ। तो 0 ਤੋਂ ਜਦੋਂ ਅਸੀਂ ਚੱਲਾਂਗੇ ਤਾਂ ਸਾਡੇ ਕੋਲ ਪਹਿਲਾ ਜਿਹੜਾ ਸਥਾਨ ਹੈ ਕਿਉਂਕਿ ਇਹ ਪੂਰੇ ਸਥਾਨਾਂ ਨੂੰ ਅਸੀਂ 1/8 ਹਿੱਸਿਆਂ 'ਚ ਵੰਡਿਆ ਹੈ ਤਾਂ ਪਹਿਲਾ ਸਾਡੇ ਕੋਲ ਜਿਹੜਾ ਹੈ ਉਹ 1/8 ਸੰਖਿਆ ਨੂੰ ਦਰਸਾਏਗਾ। ਦੂਜਾ ਬਿੰਦੂ ਸਾਡੇ ਕੋਲ 2/8 ਨੂੰ, ਇਸੇ ਤਰ੍ਹਾਂ 3/8 4/8 5/8 6/8 ਤੇ 7/8। ਠੀਕ ਹੈ, तो ਇਹ ਜਿਹੜੀਆਂ ਸੰਖਿਆਵਾਂ ਸੀ ਉਹਨਾਂ ਨੂੰ ਅਸੀਂ ਇਸ ਢੰਗ ਦੇ ਨਾਲ ਸੰਖਿਆ ਰੇਖਾ ਦੇ ਉੱਤੇ ਦਰਸਾ ਸਕਦੇ ਹਾਂ। ਠੀਕ ਹੈ ਬੱਚਿਓ, तो ਮੈਨੂੰ ਉਮੀਦ ਹੈ ਕਿ ਹੁਣ ਤੱਕ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਵੇਗੀ ਕਿ ਸਭ ਤੋਂ ਪਹਿਲਾਂ ਜੋ ਵੀ ਸਾਨੂੰ ਸੰਖਿਆ ਪ੍ਰਮੇय ਸੰਖਿਆ ਦਿੱਤੀ ਹੈ ਉਹਦਾ ਅਸੀਂ ਹਰ ਦੇਖਣਾ ਹੈ। ਹਰ ਸਾਡੇ ਕੋਲ ਜਿੰਨੀ ਵੀ ਸੰਖਿਆ ਹੋਈ ਉਨੇ ਹੀ ਹਿੱਸਿਆਂ ਦੇ ਵਿੱਚ ਆਪਾਂ ਇਹ ਵਾਲੇ ਸਥਾਨਾਂ ਨੂੰ ਵੰਡ ਲੈਣਾ ਹੈ। ਉਸ ਤੋਂ ਬਾਅਦ ਜੇਕਰ ਰਿਣਾਤਮਕ ਸੰਖਿਆ ਹੈ ਤਾਂ ਉਹ 0 ਦੇ ਖੱਬੇ ਪਾਸੇ ਆਏਗੀ। ਜੇਕਰ ਸਾਡੇ ਕੋਲ ਧਨਾਤਮਕ ਪ੍ਰਮੇय ਸੰਖਿਆ ਹੈ ਤਾਂ ਉਹਨੂੰ ਅਸੀਂ 0 ਦੇ ਸੱਜੇ ਪਾਸੇ ਨਿਰੂਪਿਤ ਕਰਾਂਗੇ। ਅਗਲੇ ਸਵਾਲ ਵਿੱਚ ਆਪਾਂ ਵਿਦਿਆਰਥੀਓ ਦੇਖਣਾ ਹੈ ਕਿ ਰਕਮ ਅਸੀਂ ਦੇਖ ਸਕਦੇ ਹਾਂ ਕਿ ਅੱਖਰ ਨਾਲ ਅੰਕਿਤ ਹਰੇਕ ਬਿੰਦੂ ਦੇ ਲਈ ਪ੍ਰਮੇय ਸੰਖਿਆ ਲਿਖੋ। ਠੀਕ ਹੈ, तो ਅਸੀਂ ਦੇਖ ਸਕਦੇ ਹਾਂ ਸਾਡੇ ਕੋਲ ਸੰਖਿਆ ਰੇਖਾ ਹੈ। ਸੰਖਿਆ ਰੇਖਾ ਨੂੰ ਕੁਝ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਇਹਦੇ ਵਿੱਚ ਕੁਝ ਸੰਖਿਆਵਾਂ ਨੇ ਪ੍ਰਮੇय ਸੰਖਿਆਵਾਂ ਜਿਵੇਂ 0/5 2/3 3/5 6/5 7/5 10/5 11/12/5 ਨੂੰ ਅੰਕਿਤ ਕੀਤਾ ਗਿਆ ਹੈ। ਇਹਨਾਂ ਤੋਂ ਇਲਾਵਾ ਕੁਝ ਸਥਾਨਾਂ ਨੂੰ ਖਾਲੀ ਛੱਡਿਆ ਗਿਆ ਹੈ ਪਰ ਉਹਨਾਂ ਦੀ ਜਗ੍ਹਾ ਤੇ ਸਾਡੇ ਕੋਲ ਅੱਖਰ ਲਿਖੇ ਗਏ ਨੇ ਜਿਵੇਂ A B C D ਤੇ E।
ਤੋ ਅਸੀਂ ਇਸ ਦੇ ਵਿੱਚ ਕੀ ਕਰਨਾ ਹੈ, ਅਸੀਂ ਇਹ ਜਿਹੜੇ ਅੱਖਰ ਨੇ ਸਾਡੇ ਕੋਲ ਉਹ ਬਿੰਦੂਆਂ ਨੂੰ ਨਿਰੂਪਿਤ ਕਰਦੇ ਨੇ। ਤੋ ਉਹ ਜਿਹੜੇ ਬਿੰਦੂ ਨੇ ਉਹ ਸਾਡੇ ਕੋਲ ਕਿਸ ਪਰਮੇਯ ਸੰਖਿਆ ਦੇ ਲਈ ਹੋਣਗੇ, ਉਹ ਅਸੀਂ ਪਰਮੇਯ ਸੰਖਿਆਵਾਂ ਇੱਥੇ ਅੰਕਿਤ ਕਰਨੀਆਂ ਨੇ। ਠੀਕ ਹੈ, ਤੋ ਉਹਦੇ ਲਈ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਇਹ 0/5 ਹੈ ਔਰ ਇਹ 2/5 ਹੈ। ਤੋ 0/5 ਔਰ 2/5 ਦੇ ਵਿਚਕਾਰ ਜਿਹੜੀ ਸਾਡੇ ਕੋਲ ਵਿਚਕਾਰ ਇਹ ਬਿੰਦੂ ਹੈ ਤੇ ਇਹਦੀ ਜਗ੍ਹਾ ਤੇ ਸਾਡੇ ਕੋਲ ਕੀ ਆਉਣਾ ਚਾਹੀਦਾ ਹੈ, ਬਿਲਕੁਲ ਸਹੀ 1/5। ਠੀਕ ਹੈ, 1/5 ਇਹਦਾ ਮਤਲਬ ਜਿਹੜਾ ਇਹ ਬਿੰਦੂ ਹੈ ਸਾਡੇ ਕੋਲ ਇਹ 1/5 ਪਰਮੇਯ ਸੰਖਿਆਵਾਂ ਨੂੰ ਦਰਸਾਉਂਦਾ ਹੈ। ਇਸ ਤੋਂ ਬਾਅਦ B ਤੇ C ਦੇ ਲਈ ਅਸੀਂ ਦੇਖਾਂਗੇ, ਦੇਖੋ 3 ਹੈ, ਇਸ ਤੋਂ ਬਾਅਦ 3/5 4/5 ਤੇ 5/5 ਸਾਡੇ ਕੋਲ ਹੋਏਗਾ। ਠੀਕ ਹੈ ਨਾ, ਤਾਂ B ਦੀ ਜਗ੍ਹਾ ਤੇ ਸਾਡੇ ਕੋਲ ਆ ਜਾਏਗਾ 4/5 ਔਰ C ਜਿਹੜਾ ਬਿੰਦੂ ਹੈ ਇਹ ਸਾਡੇ ਕੋਲ 5/5 ਆ ਜਾਏਗਾ। ਔਰ 5/5 ਸਾਨੂੰ ਪਤਾ ਹੈ ਕਿ 1 ਦੇ ਬਰਾਬਰ ਹੁੰਦਾ ਹੈ। ਠੀਕ ਹੈ, ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ C ਬਿੰਦੂ ਹੈ ਇਹ ਸਾਡੇ ਕੋਲ ਸੰਖਿਆ 1 ਨੂੰ ਦਰਸਾਉਂਦਾ ਹੈ। ਠੀਕ ਹੈ, ਤਾਂ ਇਸ ਤੋਂ ਬਾਅਦ 6/5 7/5 ਇਹ ਸਾਡੇ ਕੋਲ 8/5 9/5 ਤੇ ਫਿਰ ਇਹ 10/5। ਠੀਕ ਹੈ, ਤਾਂ ਜਿਹੜਾ D ਬਿੰਦੂ ਹੈ ਇਹ ਸਾਡੇ ਕੋਲ 8/5 ਨੂੰ ਦਰਸਾਏਗਾ ਔਰ ਇਹ ਬਿੰਦੂ 9/5 ਪਰਮੇਯ ਸੰਖਿਆ ਨੂੰ ਦਰਸਾਏਗਾ। ਠੀਕ ਹੈ ਬੱਚਿਓ, ਤਾਂ ਇਸ ਤਰ੍ਹਾਂ ਅੱਖਰ ਨਾਲ ਅੰਕਿਤ ਹਰੇਕ ਬਿੰਦੂ ਦੇ ਲਈ ਪਰਮੇਯ ਸੰਖਿਆ ਜਿਹੜੀ ਹੈ ਉਹ ਅਸੀਂ ਲਿਖ ਲਈ ਹੈ। ਇਸ ਤੋਂ ਇਲਾਵਾ ਜੇ ਅਸੀਂ ਅੱਗੇ ਵੀ ਚੱਲਣਾ ਹੋਏ ਤਾਂ 12/5 ਤੋਂ ਬਾਅਦ ਸਾਡੇ ਕੋਲ ਜਿਹੜੀ ਸੰਖਿਆ ਹੈ ਉਹ ਕੀ ਆਏਗੀ, 13/5 ਆਏਗੀ, ਫਿਰ 14/5 ਆਏਗੀ ਔਰ ਫਿਰ ਸਾਡੇ ਕੋਲ 15/5 ਤੇ 16/5 ਆਏਗੀ। ਠੀਕ ਹੈ, ਔਰ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਇਹ ਜਿਹੜੀ ਸੰਖਿਆ ਹੈ ਇਹ ਸਾਡੇ ਕੋਲ 0 ਹੈ। ਇਸ ਤੋਂ ਬਾਅਦ 5/5 ਹੈ ਇਹ ਸਾਡੇ ਕੋਲ ਸੰਖਿਆ 1 ਬਣਦੀ ਹੈ ਔਰ ਜਿਹੜਾ ਸਾਡੇ ਕੋਲ 10/5 ਹੈ ਇਹ ਸਾਡੇ ਕੋਲ ਸੰਖਿਆ 2 ਬਣੇਗੀ। ਇਸੇ ਤਰ੍ਹਾਂ 15/5 ਨੂੰ ਜਦੋਂ ਅਸੀਂ ਭਾਗ ਕਰਾਂਗੇ 15 ਨੂੰ 5 ਨਾਲ ਇਹ ਸਾਡੇ ਕੋਲ ਸੰਖਿਆ 3 ਆਏਗੀ। ਠੀਕ ਹੈ, ਤਾਂ ਅਸੀਂ ਦੇਖ ਸਕਦੇ ਹਾਂ 0 ਤੋਂ 1 ਤੱਕ ਦੇ ਭਾਗ ਨੂੰ ਅਸੀਂ ਇੱਥੇ 1 2 3 4 ਤੇ 5 ਭਾਗਾਂ ਦੇ ਵਿੱਚ ਵੰਡਿਆ ਸੀ। ਇਸੇ ਤਰ੍ਹਾਂ 1 ਤੋਂ 2 ਤੱਕ ਦੇ ਭਾਗ ਨੂੰ ਵੀ ਆਪਾਂ ਹਿੱਸੇ ਨੂੰ ਵੀ 5 ਭਾਗਾਂ ਦੇ ਵਿੱਚ, ਫਿਰ ਅੱਗੇ 2 ਤੋਂ 3 ਤੱਕ ਦੇ ਹਿੱਸੇ ਨੂੰ ਵੀ 5 ਭਾਗਾਂ ਦੇ ਵਿੱਚ ਵੰਡਿਆ ਸੀ। ਕਿਉਂਕਿ ਸਾਡੇ ਕੋਲ ਜਿਹੜੀਆਂ ਥੱਲੇ ਸੰਖਿਆਵਾਂ ਪਰਮੇਯ ਸੰਖਿਆਵਾਂ ਦਰਸਾਈਆਂ ਗਈਆਂ ਸਨ ਉਹਨਾਂ ਦੇ ਹਰ ਦੇ ਵਿੱਚ ਸਾਡੇ ਕੋਲ ਸੰਖਿਆ 5 ਸੀ। ਠੀਕ ਹੈ ਬੱਚਿਓ, तो ਇਹ ਸਵਾਲ ਆਪਾਂ ਨੇ ਸਮਝ ਲਿਆ ਹੈ। ਇਸ ਤੋਂ ਬਾਅਦ ਹੁਣ ਆਪਾਂ ਅਗਲਾ ਇਸੇ ਢੰਗ ਦਾ ਇੱਕ ਸਵਾਲ ਜਿਹੜਾ ਉਹ ऋणात्मक ਸੰਖਿਆਵਾਂ ਦੇ ਲਈ ਹੋਰ ਕਰਾਂਗੇ ਅਭਿਆਸ ਦੇ ਲਈ। ਹਾਂਜੀ ਬੱਚਿਓ, ਅਸੀਂ ਦੇਖ ਸਕਦੇ ਹਾਂ ਕਿ ਇਸ ਸੰਖਿਆ ਰੇਖਾ ਦੇ ਵਿੱਚ ਵੀ ਸਾਡੇ ਕੋਲ ਕੁਝ ਜਿਹੜੇ ਅੱਖਰ ਦਰਸਾਏ ਗਏ ਨੇ ਉਹ ਜਗ੍ਹਾ ਜਿਹੜੀ ਹੈ ਖਾਲੀ ਰੱਖੀ ਗਈ ਹੈ। ਬਾਕੀ ਕੁਝ ਪਰਮੇਯ ਸੰਖਿਆਵਾਂ ਨੇ, ऋणात्मक ਪਰਮੇਯ ਸੰਖਿਆਵਾਂ ਨੇ ਜਿਹੜੀਆਂ ਕਿ ਦਰਸਾਈਆਂ ਗਈਆਂ ਨੇ, ਜਿਵੇਂ 0/6 -1/6 -3/6, ਇਸੇ ਤਰ੍ਹਾਂ ਚੱਲਦੇ ਚੱਲਦੇ -12/6 ਤੱਕ ਸੰਖਿਆਵਾਂ ਨੂੰ ਦਰਸਾਇਆ ਗਿਆ ਹੈ। ਠੀਕ ਹੈ, ਤਾਂ ਇਹਦੇ ਵਿੱਚ ਵੀ ਅਸੀਂ ਇਹਦੇ ਵਿੱਚ ਵੀ ਆਪਾਂ ਅੱਖਰਾਂ ਦੁਆਰਾ ਅੰਕਿਤ ਕੀਤੇ ਗਏ ਬਿੰਦੂਆਂ ਦੇ ਸਥਾਨਾਂ ਤੇ ਅਸੀਂ ਪਰਮੇਯ ਸੰਖਿਆਵਾਂ ਨੂੰ ਦੱਸਣਾ ਹੈ ਕਿ ਕਿਹੜੀਆਂ ਪਰਮੇਯ ਸੰਖਿਆਵਾਂ ਆਣਗੀਆਂ। ਠੀਕ ਹੈ, 0 ਹੈ, 0/6 0/6 ਦੇ ਖੱਬੇ ਹੱਥ ਸਾਡੇ ਕੋਲ ਸਾਰੀਆਂ ਹੀ ऋणात्मक ਸੰਖਿਆਵਾਂ ਆਣਗੀਆਂ। तो पहली संख्या है साढ़े कोल -1/6 और इस तो बाद अगे जी संख्या निरूपित की गई है वो -3/6 है। तो -1 -3 के विचकार साढ़े कोल इत्थे की आएगा 2/6 -2/6 घटाओ दे 2/6। तो F बिंदु है जिहड़ा वो घटाओ 2/6 नूं निरूपित करेगा। इस तो बाद 3/6 -3/6 घटाओ दे 4/6, फिर साढ़े कोल घटाओ दे 5/6 आएंगे। ठीक है, घटाओ 6/6 घटाओ दे 7/6 आएगा, घटाओ दे 8/6 और फिर -9/6 -10/6 और -11/6। ठीक है, तो इस तरह से देखते हैं कि जो F साढ़े कोल अखर सी वो -2/6 नूं अंकित करता है और G जिहड़ा है साढ़े कोल -5/6, H -7/6, I -8/6 और J घटाओ 11/6 नूं दर्शा रहा है। ठीक है, तो पहली जिहड़ी संख्या 0/6 है इहनूं असीं 0 लिख सकते हैं। ਜਿਹੜੀ ਸੰਖਿਆ ਸਾਡੇ ਕੋਲ -6/6 ਹੈ ਇਹ ਸਾਡੇ ਕੋਲ -1 ਨੂੰ ਨਿਰੂਪਿਤ ਕਰਦੀ ਹੈ ਔਰ -12/6 ਇਹ ਸਾਡੇ ਕੋਲ -2 ਹੈ। ਤਾਂ ਆਪਾਂ ਦੇਖ ਸਕਦੇ ਹਾਂ 0 ਤੋਂ ਮਾਈਨਸ ਤੱਕ ਦਾ ਜਿਹੜਾ ਸਾਡੇ ਕੋਲ ਹਿੱਸਾ ਹੈ ਇਹਨੂੰ ਬਰਾਬਰ 6 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਇਸੇ ਤਰ੍ਹਾਂ -1 ਤੋਂ -2 ਤੱਕ ਦਾ ਜਿਹੜਾ ਸਾਡੇ ਕੋਲ ਦੂਰੀ ਹੈ ਇਹਨੂੰ ਬਰਾਬਰ 6 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਕਿਉਂਕਿ ਥੱਲੇ ਜਿੰਨੀਆਂ ਵੀ ਪਰਮੇਯ ਸੰਖਿਆਵਾਂ ਦਰਸਾਈਆਂ ਗਈਆਂ ਹਨ ਉਹ ਸਭ ਦੇ ਹਰ ਦੇ ਵਿੱਚ ਸਾਡੇ ਕੋਲ 6 ਹੈ। ਤਾਂ ਇਸੇ ਢੰਗ ਦੇ ਨਾਲ ਜੇ ਅਸੀਂ 0 ਤੋਂ ਸੱਜੇ ਪਾਸੇ ਵੀ ਜਾਣ ਦੀ ਕੋਸ਼ਿਸ਼ ਕਰੀਏ ਤਾਂ ਉਹਨਾਂ ਸੰਖਿਆਵਾਂ ਨੂੰ ਵੀ ਆਪਾਂ ਇੱਥੇ ਦਰਸਾ ਸਕਦੇ ਹਾਂ। 0/6 ਤੋਂ ਸੱਜੇ ਹੱਥ ਸਾਡੇ ਕੋਲ 1/6 ਆਏਗਾ, ਫਿਰ 2/6 ਆਏਗਾ, 3/6, 4/6, 5/6, ਇਸੇ ਤਰ੍ਹਾਂ 6/6 ਜਿਹੜਾ ਹੈ ਇਹ ਸਾਡੇ ਕੋਲ ਸੰਖਿਆ ਇੱਕ ਜਿਹੜੀ ਸੰਪੂਰਨ ਸੰਖਿਆ ਹੈ ਉਹਨੂੰ ਨਿਰੂਪਿਤ ਕਰਦਾ ਹੈ। ਠੀਕ ਹੈ ਵਿਦਿਆਰਥੀਓ, ਇਸ ਤੋਂ ਬਾਅਦ ਇੱਕ ਦੋ ਸਵਾਲ ਅਸੀਂ ਅਭਿਆਸ 1.2 ਦੇ ਵਿੱਚੋਂ ਕਰਾਂਗੇ ਕਿ ਸੰਖਿਆਵਾਂ ਪਰਮੇਯ ਸੰਖਿਆਵਾਂ ਨੂੰ ਸੰਖਿਆ ਰੇਖਾ ਦੇ ਉੱਤੇ ਕਿਵੇਂ ਆਪਾਂ ਦਰਸਾਉਣਾ ਹੈ।
ਹਾਂਜੀ ਬੱਚਿਓ, ਤੁਸੀਂ ਦੇਖ ਰਹੇ ਹੋ ਪਹਿਲਾ ਸਵਾਲ ਸਾਡੇ ਕੋਲ ਹੈ ਕਿ ਹੇਠ ਲਿਖੀਆਂ ਸੰਖਿਆਵਾਂ ਨੂੰ ਸੰਖਿਆ ਰੇਖਾ ਤੇ ਅੰਕਿਤ ਕਰੋ। ਸਾਡੇ ਕੋਲ ਪਹਿਲੀ ਸੰਖਿਆ ਹੈ 7/4 ਤੇ ਦੂਜੀ ਸੰਖਿਆ ਸਾਡੇ ਕੋਲ ਹੈ -5/6। ਆਪਾਂ ਦੇਖਾਂਗੇ ਇਹ ਧਨਾਤਮਕ ਸੰਖਿਆ ਤੇ ਇਹ ऋणात्मक ਸੰਖਿਆ ਦੋਨਾਂ ਨੂੰ ਅਸੀਂ ਸੰਖਿਆ ਰੇਖਾ ਦੇ ਉੱਤੇ ਕਿਵੇਂ ਦਰਸਾ ਸਕਦੇ ਹਾਂ। ਪਹਿਲਾ ਸਵਾਲ ਸਾਡੇ ਕੋਲ ਹੈ 7/4, ਠੀਕ ਹੈ, ਤੇ ਇਹ 7/4 ਨੂੰ ਅਸੀਂ ਸੰਖਿਆ ਰੇਖਾ ਦੇ ਉੱਤੇ ਦਰਸਾਉਣਾ ਹੈ। ਸੰਖਿਆ ਰੇਖਾ ਦੇ ਉੱਤੇ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕੋਲ 0 ਦੇ ਖੱਬੇ ਪਾਸੇ ਜਿਹੜੇ ਉਹ ऋणात्मक ਸੰਖਿਆਵਾਂ ਹੁੰਦੀਆਂ ਨੇ ਤੇ 0 ਦੇ ਸੱਜੇ ਪਾਸੇ ਸਾਡੇ ਕੋਲ ਧਨਾਤਮਕ ਭਾਵ ਕਿ ਜਮਾ ਦੀਆਂ ਜਿਹੜੀਆਂ ਸੰਖਿਆਵਾਂ ਉਹ ਹੁੰਦੀਆਂ ਨੇ, ਠੀਕ ਹੈ, ਜਮਾ ਦੀਆਂ ਸੰਪੂਰਨ ਸੰਖਿਆਵਾਂ ਸਾਡੇ ਕੋਲ ਹੁੰਦੀਆਂ ਨੇ। ਤਾਂ ਇਹਦੇ ਵਿੱਚ 0, 1 ਤੇ 2 ਹੈ। ਇੱਧਰ ਸਾਡੇ ਕੋਲ 0 ਦੇ ਖੱਬੇ ਪਾਸੇ -1 ਹੈ। ਹੁਣ ਅਸੀਂ ਦੇਖਣਾ ਹੈ ਜਿਹੜੀ ਸੰਖਿਆ ਨੂੰ ਅਸੀਂ ਸੰਖਿਆ ਰੇਖਾ ਤੇ ਦਰਸਾਉਣਾ ਹੈ ਉਹ ਸਾਡੇ ਕੋਲ 7/4 ਹੈ। 7/4 ਨੂੰ ਸੰਖਿਆ ਰੇਖਾ ਉੱਤੇ ਦਰਸਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਇਹ ਦੇਖਣਾ ਕਿ ਇਹਦੇ ਹਰ ਵਿੱਚ ਸਾਡੇ ਕੋਲ ਕਿੰਨੀ ਸੰਖਿਆ ਹੈ। ਹਰ ਵਿੱਚ ਸਾਡੇ ਕੋਲ 4 ਹੈ। ਤਾਂ ਅਸੀਂ ਕੀ ਕਰਨਾ ਹੈ, ਜਿਹੜਾ ਸਾਡੇ ਕੋਲ 0 ਤੋਂ 1 ਤੱਕ ਦੀ ਜਿਹੜਾ ਸਾਡੇ ਕੋਲ ਸਥਾਨ ਹੈ ਜਾਂ 1 ਤੋਂ 2 ਤੱਕ ਦਾ ਜੋ ਸਾਡੇ ਕੋਲ ਦੂਰੀ ਬਣਦੀ ਹੈ, ਇਹਨੂੰ ਅਸੀਂ ਉਨੇ ਹੀ ਭਾਗਾਂ ਵਿੱਚ ਵੰਡ ਲੈਣਾ ਹੈ ਜਿੰਨਾ ਸਾਡੇ ਕੋਲ ਦਿੱਤੀ ਹੋਈ ਪਰਮੇਯ ਸੰਖਿਆ ਦਾ ਹਰ ਹੈ। ਹੁਣ ਇੱਥੇ ਸਾਡੇ ਕੋਲ ਹਰ ਜਿਹੜਾ 4 ਹੈ, ਇਹਦਾ ਭਾਵ ਹੈ ਕਿ ਅਸੀਂ ਇਹ ਜਿਹੜੇ ਸਾਡੇ ਕੋਲ ਹਿੱਸੇ ਨੇ -1 ਤੋਂ 0, 0 ਤੋਂ 1, 1 ਤੋਂ 2, ਇਹਨਾਂ ਹਿੱਸਿਆਂ ਨੂੰ ਅਸੀਂ 4 ਹਿੱਸਿਆਂ ਦੇ ਵਿੱਚ ਵੰਡ ਲਵਾਂਗੇ। ਉਸ ਤੋਂ ਬਾਅਦ ਇਹਨਾਂ ਦੇ ਉੱਤੇ ਸੰਖਿਆ ਰੇਖਾ ਉੱਤੇ 7/4 ਨੂੰ ਆਪਾਂ ਨਿਰੂਪਿਤ ਕਰਾਂਗੇ। ਠੀਕ ਹੈ ਬੱਚਿਓ, ਤੋਂ 0 ਤੋਂ 1 ਤੱਕ ਦੇ ਭਾਗ ਨੂੰ ਜੇਕਰ ਅਸੀਂ 4 ਹਿੱਸਿਆਂ ਦੇ ਵਿੱਚ ਵੰਡਣਾ ਹੈ ਤਾਂ ਆਪਾਂ ਇਹਦੇ ਵਿੱਚ 3 ਨਿਸ਼ਾਨ ਜਿਹੜੇ ਉਹ ਲਗਾਏ ਨੇ। ਇਸੇ ਤਰ੍ਹਾਂ 1 ਤੋਂ 2 ਤੱਕ ਇਹਨੂੰ ਅਸੀਂ 4 ਹਿੱਸਿਆਂ ਵਿੱਚ ਵੰਡਣ ਵਾਸਤੇ ਇਹਦੇ ਵਿੱਚ ਵੀ 3 ਨਿਸ਼ਾਨ ਜਿਹੜੇ ਬਰਾਬਰ ਦੂਰੀ ਦੇ ਉੱਤੇ ਲਗਾਏ ਨੇ। ਹੁਣ ਅਸੀਂ ਕਿਉਂਕਿ 7/4 ਜਿਹੜੀ ਇਹ ਸਾਡੇ ਕੋਲ ਧਨਾਤਮਕ ਸੰਖਿਆ ਹੈ ਤਾਂ ਇਹ ਸਾਡੇ ਕੋਲ 0 ਦੇ ਸੱਜੇ ਪਾਸੇ ਹੋਏਗੀ। ਤਾਂ ਅਸੀਂ 0 ਦੇ ਸੱਜੇ ਪਾਸੇ ਜਿਹੜੇ ਨਿਸ਼ਾਨ ਨੇ ਇਹਨਾਂ ਦੀ ਅਸੀਂ ਹੁਣ ਸੰਖਿਆਵਾਂ ਜਿਹੜੀਆਂ ਇੱਥੇ ਨਿਰੂਪਿਤ ਕਰਨੀਆਂ ਉਹ ਸ਼ੁਰੂ ਕਰਾਂਗੇ। ਸਭ ਤੋਂ ਪਹਿਲੀ ਜਿਹੜੀ ਇਹ ਸੰਖਿਆ ਹੈ ਸਾਡੇ ਕੋਲ, ਹੁਣ ਦੇਖੋ ਇਹ ਪੂਰਾ ਸਾਡੇ ਕੋਲ ਜਿਹੜਾ 1 ਭਾਗ ਹੈ, ਪੂਰਾ 1 ਹੈ ਔਰ 1 ਦੇ ਅਸੀਂ ਕਿੰਨੇ ਹਿੱਸੇ ਕਰ ਦਿੱਤੇ ਨੇ 4। 4 ਹਿੱਸਿਆਂ ਦੇ ਵਿੱਚੋਂ ਜਦੋਂ ਅਸੀਂ 1 ਹਿੱਸਾ ਲਵਾਂਗੇ ਤਾਂ ਇਹ ਜਿਹੜਾ ਪਹਿਲਾ ਸਾਡੇ ਕੋਲ ਨਿਸ਼ਾਨ ਹੈ ਇਹ ਸਾਡੇ ਕੋਲ 1/4 ਆਏਗਾ, ਕਿਉਂਕਿ 1/4 ਦਾ ਮਤਲਬ ਕੀ ਹੁੰਦਾ ਹੈ ਕਿ 4 ਬਰਾਬਰ ਹਿੱਸਿਆਂ ਦੇ ਵਿੱਚੋਂ 1 ਹਿੱਸਾ, ਠੀਕ ਹੈ। ਤਾਂ 1 ਤੋਂ ਬਾਅਦ ਜਦੋਂ ਅਸੀਂ 2 ਹਿੱਸੇ ਕਵਰ ਕਰਾਂਗੇ ਤਾਂ ਦੂਸਰਾ ਜਿਹੜਾ ਨਿਸ਼ਾਨ ਹੈ ਸਾਡੇ ਕੋਲ ਆਏਗਾ 2/4। ਕੰਟੀਨਿਊਸਲੀ ਇਸੇ ਤਰ੍ਹਾਂ ਚੱਲਦੇ ਹੋਏ 3/4, ਫਿਰ ਇਹ ਸਾਡੇ ਕੋਲ 4/4, 5/4, 6/4 ਅਤੇ ਲਾਸਟ ਦੇ ਵਿੱਚ 7/4 ਆ ਜਾਏਗਾ, ਠੀਕ ਹੈ। ਤਾਂ ਸੰਖਿਆ ਰੇਖਾ ਦੇ ਉੱਤੇ ਅਸੀਂ ਦੇਖਿਆ ਕਿ ਇਹ ਜਿਹੜੀ ਸਾਡੇ ਕੋਲ ਇਹ ਨੰਬਰ ਹੈ, ਇਹ ਜਿਹੜਾ ਨਿਸ਼ਾਨ ਹੈ ਇਹ ਸਾਨੂੰ 7/4 ਪਰਮੇਯ ਸੰਖਿਆ ਦਾ ਸਥਾਨ ਹੈ ਸਾਡੇ ਕੋਲ। ਇਸੇ ਢੰਗ ਦੇ ਨਾਲ ਜਦੋਂ ਅਸੀਂ ਦੂਜੀ ਵਾਲੀ ਸੰਖਿਆ ਜਿਹੜੀ -5/6 ਹੈ ਉਹਨੂੰ ਅਸੀਂ ਸੰਖਿਆ ਰੇਖਾ ਤੇ ਨਿਰੂਪਿਤ ਕਰਾਂਗੇ ਤਾਂ ਕਿਉਂਕਿ ਇਹ ਸਾਡੇ ਕੋਲ ऋणात्मक ਸੰਖਿਆ ਹੈ ਤਾਂ ਇਹ 0 ਦੇ ਖੱਬੇ ਪਾਸੇ ਆਏਗੀ। ਔਰ ਇਸ ਕੇਸ ਦੇ ਵਿੱਚ ਕਿਉਂਕਿ ਜਿਹੜਾ ਹਰ ਹੈ ਸਾਡੇ ਕੋਲ ਉਹ 6 ਹੈ ਤਾਂ ਅਸੀਂ ਜਿਹੜਾ 0 ਤੋਂ 1 ਤੱਕ ਦਾ ਸਾਡੇ ਕੋਲ ਭਾਗ ਸੀ ਜਾਂ 0 ਤੋਂ -1 ਤੱਕ ਦਾ ਜਿਹੜਾ ਭਾਗ ਹੈ ਇਹਨਾਂ ਨੂੰ ਅਸੀਂ 6 ਬਰਾਬਰ ਹਿੱਸਿਆਂ ਦੇ ਵਿੱਚ ਵੰਡਾਂਗੇ। ਉਸ ਤੋਂ ਬਾਅਦ ਉਹਨਾਂ ਦੇ ਉੱਤੇ -5/6 ਨੂੰ ਦਰਸਾਉਂਦੇ ਹੋਏ ਨਿਸ਼ਾਨ ਨੂੰ ਲੱਭਾਂਗੇ, ਠੀਕ ਹੈ ਬੱਚਿਓ। ਪਿਆਰੇ ਬੱਚਿਓ, ਤੁਸੀਂ ਦੇਖ ਸਕਦੇ ਹੋ ਕਿ ਦੂਸਰੇ ਸਵਾਲ ਨੂੰ ਕਰਨ ਵਾਸਤੇ ਸਾਡੇ ਕੋਲ -5/6 ਸੀਗਾ। तो ये साढ़े को हर है वो साढ़े को इस प्रमेय संख्या का 6 है और ये जी प्रमेय संख्या वो साढ़े को ऋणात्मक प्रमेय संख्या है। तो 6 हर होने के करके असी जो 0 तो 1 तक की साढ़े को दूरी सी या 0 तो -1 तक की जी साढ़े को दूरी सी उन्होंने असी 6 बराबर हिस्सों के वंड लिया है तो उत्थे प्रॉपर जिहड़े वो निशान लगा ले हैं, ठीक है। तो हुण क्योंकि -5/6 ये साढ़े को 0 के खब्बे पासे स्थित होएगा तो असी 0 तो स्टार्ट करांगे। सब तो पहली संख्या जी है ये साढ़े को -1/6 आएगी, दूजी संख्या साढ़े कोल -2/6 आएगी। इसी तरह तीजी संख्या साढ़े कोल -3/6, -4/6 ਅਤੇ -5/6 साढ़े कोल आएगी। इस तरह ये जिहड़ा साढ़े कोल बिंदु है ये संख्या रेखा के उत्ते 0 के खब्बे पासे -5/6 प्रमेय संख्या नूं दर्शाउंदा है, ठीक है। तो इसी ढंग दे नाल आपां कोई भी प्रमेय संख्या सानू दित्ती होए उहदा जिन्ना भी हर होएगा उसे ही हर 19 गिणती दे विच आपां जिहड़े साडे कोल 0 तो 1 ਜਾਂ 1 ਤੋਂ 2 तक दा जिहड़ा डिस्टेंस है उन्हां नूं उन्ने ही हिस्सिਆਂ ਦੇ ਵਿੱਚ ਵੰਡ ਕੇ फिर असी अगर धनात्मक प्रमेय संख्या है तो उन्होंने 0 के सज्जे पासे दर्शावांगे और अगर ऋणात्मक प्रमेय संख्या है तो उन्होंने असी 0 के खब्बे पासे ढुकवें स्थान के उत्ते निरूपित करांगे। इसी तरह तुसी देख सकते हो कि दूजा सवाल साडे कोल इसे अभ्यास का है कि -2/11, -5/11, -9/11 नूं
ਸੰਖਿਆ ਰੇਖਾ ਤੇ ਅੰਕਿਤ ਕਰੋ। तो ਇਹਦੇ 'ਚ ਸਭ ਤੋਂ ਪਹਿਲੀ ਗੱਲ ਤਾਂ ਇਹ ਦੇਖਣ ਵਾਲੀ ਹੈ ਕਿ ਤਿੰਨੋਂ ਪ੍ਰਮੇय ਸੰਖਿਆਵਾਂ ਸਾਡੇ ਕੋਲ ऋणात्मक ਪ੍ਰਮੇय ਸੰਖਿਆਵਾਂ ਨੇ। ਇਸ ਦਾ ਭਾਵ ਹੈ ਕਿ 0 ਦੇ ਖੱਬੇ ਪਾਸੇ ਅੰਕਿਤ ਕੀਤੀਆਂ ਜਾਣਗੀਆਂ, ਠੀਕ ਹੈ। ਉਸ ਤੋਂ ਬਾਅਦ ਦੂਜੀ ਚੀਜ਼ ਸਾਡੇ ਕੋਲ ਇਹ ਹੈ ਕਿ ਇਹਨਾਂ ਦਾ ਜਿਹੜਾ ਹਰ ਹੈ ਉਹ ਸਾਡੇ ਕੋਲ 11 ਹੈ। ਭਾਵ ਕਿ ਸੰਖਿਆ ਰੇਖਾ ਦੇ ਉੱਤੇ ਹਰ ਇੱਕ ਜਿਹੜਾ ਹਿੱਸਾ ਹੈ ਸਾਡੇ ਕੋਲ 0 ਤੋਂ 1 ਤੱਕ ਦਾ ਜਾਂ 1 ਤੋਂ 2 ਤੱਕ ਦਾ ਜਾਂ 0 ਤੋਂ -1 ਤੱਕ ਦਾ, ਉਸ ਦੂਰੀ ਨੂੰ ਅਸੀਂ 11 ਬਰਾਬਰ ਹਿੱਸਿਆਂ ਦੇ ਵਿੱਚ ਵੰਡਾਂਗੇ। ਫਿਰ ਉਹਦੇ ਵਿੱਚ 0 ਦੇ ਖੱਬੇ ਪਾਸੇ ਇਹ ਵਾਲੀਆਂ ਸੰਖਿਆਵਾਂ ਨੂੰ ਅੰਕਿਤ ਕਰਾਂਗੇ। तो ਅਸੀਂ देखते हाँ ਕਿਵੇਂ ਅਸੀਂ ਇਸ ਸਵਾਲ ਨੂੰ ਕਰਨਾ ਹੈ। ਹਾਂਜੀ ਬੱਚਿਓ, ਤੁਸੀਂ ਦੇਖ ਸਕਦੇ ਹੋ ਕਿ ਸੰਖਿਆ ਰੇਖਾ ਦੇ ਉੱਤੇ 1 ਤੋਂ 0 ਤੋਂ -1 ਤੱਕ ਦਾ ਜਿਹੜਾ ਸਾਡੇ ਕੋਲ ਦੂਰੀ ਹੈ ਉਹਨੂੰ ਅਸੀਂ ਬਰਾਬਰ 11 ਭਾਗਾਂ ਦੇ ਵਿੱਚ ਵੰਡ ਲਿਆ ਹੈ। ਕਿਉਂ ਵੰਡਿਆ ਹੈ? ਤਾਂ ਕਿ ਇਹ ਵਾਲੀਆਂ ਜਿਹੜੀਆਂ ਸੰਖਿਆਵਾਂ ਨੂੰ ਆਪਾਂ ਇਸ ਸੰਖਿਆ ਰੇਖਾ ਦੇ ਉੱਤੇ ਦਰਸਾ ਸਕੀਏ, ਠੀਕ ਹੈ। तो 0 ਤੋਂ ਅਸੀਂ ਸਟਾਰਟ ਕਰਾਂਗੇ। ऋणात्मक ਸੰਖਿਆਵਾਂ ਨੇ, ਇਸ ਕਰਕੇ 0 ਦੇ ਖੱਬੇ ਪਾਸੇ ਹੀ ਆਣਗੀਆਂ। तो ਪਹਿਲੀ ਸਭ ਤੋਂ ਸੰਖਿਆ ਸਾਡੇ ਕੋਲ ਜਿਹੜੀ ਇੱਥੇ -1/11 ਆਏਗੀ, ਉਹ ਅਸੀਂ ਲਿਖਾਂਗੇ ਨਹੀਂ, ਆਪਾਂ ਸਿਰਫ ਉਹੀ ਸੰਖਿਆਵਾਂ ਲਿਖਾਂਗੇ ਜਿਹੜੀਆਂ ਕਿ ਸਾਨੂੰ ਕਹੀਆਂ ਗਈਆਂ ਨੇ, ਠੀਕ ਹੈ। तो -1/11। ਇਸ ਤੋਂ ਬਾਅਦ ਇਹ ਜਿਹੜਾ ਸਾਡੇ ਕੋਲ ਸਥਾਨ ਹੈ ਇਹ -2/11 ਨੂੰ ਦਰਸਾਏਗਾ, ਠੀਕ ਹੈ। ਇੱਥੇ ਮੈਂ ਐਰੋ ਲਗਾ ਦਿੰਦਾ। ਇਸ ਤੋਂ ਬਾਅਦ -3/11, -4/11 ਔਰ -5/11। तो ਇਹ ਜਿਹੜਾ ਸਥਾਨ ਹੈ ਇਹ ਸਾਡੇ ਕੋਲ -5/11 ਨੂੰ ਦਰਸਾਏਗਾ। ਇਸ ਤੋਂ ਬਾਅਦ -6/11, -7/11, -8/11, -9/11। तो ਇਹ ਸਥਾਨ ਜਿਹੜਾ ਸਾਡੇ ਕੋਲ ਉਹ -9/11 ਨੂੰ ਦਰਸਾਏਗਾ, ਠੀਕ ਹੈ। ਆਪਾਂ ਇਹਨਾਂ ਦੇ ਨਾਮ ਵੀ ਰੱਖ ਸਕਦੇ ਹਾਂ। ਪਹਿਲਾ ਜਿਹੜਾ ਬਿੰਦੂ ਹੈ ਇਹਦਾ ਨਾਮ A ਅੰਕਿਤ ਕੀਤਾ ਜਾ ਸਕਦਾ ਹੈ, ਦੂਸਰੇ ਦਾ B ਔਰ ਤੀਸਰੇ ਦਾ C, ਠੀਕ ਹੈ। तो ਇਸ ਤਰ੍ਹਾਂ ਸੰਖਿਆ ਰੇਖਾ ਦੇ ਉੱਤੇ 0 ਔਰ -1 ਦੇ ਵਿਚਕਾਰ ਇਹ ਤਿੰਨੋਂ ਪ੍ਰਮੇय ਸੰਖਿਆਵਾਂ ਨੂੰ ਆਪਾਂ ਸੰਖਿਆ ਰੇਖਾ ਉੱਤੇ ਦਰਸਾ ਦਿੱਤਾ ਹੈ। -2/11, -5/11 ਅਤੇ -9/11। ਇਹਨਾਂ ਸਵਾਲਾਂ ਨੂੰ ਕਰਨ ਲਈ ਸੰਖਿਆ ਰੇਖਾ ਨੂੰ ਕਾਪੀ ਤੇ ਡਰਾ ਕਰਨ ਦੇ ਲਈ ਤੁਸੀਂ ਪੈਨਸਿਲ ਦੀ ਵਰਤੋਂ ਕਰੋਗੇ, ਪੈਨ ਦੀ ਵਰਤੋਂ ਨਹੀਂ ਕਰੋਗੇ, ਠੀਕ ਹੈ। ਔਰ ਬੜੇ ਧਿਆਨ ਦੇ ਨਾਲ ਇੱਕ ਵਾਰ ਲਾਈਨ ਲਗਾਣੀ ਹੈ ਤੇ ਉਹਦੇ ਉੱਤੇ ਬਿੰਦੂ ਜਿਹੜੇ ਉਹ ਅਸੀਂ ਨਿਰੂਪਿਤ ਕਰ। ਇਸ ਤੋਂ ਬਾਅਦ ਪਿਆਰੇ ਬੱਚਿਓ ਅਸੀਂ ਕੁਝ ਸਵਾਲ ਜਿਹੜੇ ਹੈ ਉਹ ਅਭਿਆਸ ਦੇ ਲਈ ਕਰਾਂਗੇ, ਠੀਕ ਹੈ। ਇਹਦੇ ਵਿੱਚ ਪਹਿਲਾ ਸਵਾਲ ਤੁਸੀਂ ਪਹਿਲੀ ਇਹ ਸੰਖਿਆ ਰੇਖਾ ਦੇਖ ਸਕਦੇ ਹੋ। ਇਹਦੇ ਤੇ ਕੁਝ ਅੰਕ ਜਿਹੜੇ ਨੇ, ਨੰਬਰ ਨੇ, ਸੰਪੂਰਨ ਸੰਖਿਆਵਾਂ ਉਹ ਅੰਕਿਤ ਕੀਤੀਆਂ ਗਈਆਂ ਨੇ। ਉਸ ਤੋਂ ਇਲਾਵਾ ਕੁਝ ਅੱਖਰ ਨੇ ਸਾਡੇ ਕੋਲ, ਲੈਟਰਸ ਨੇ ਜਿਹੜੇ ਕਿ ਇੱਥੇ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਤਾਂ ਅਸੀਂ ਇਹ ਲੈਟਰਸ ਦੇ ਕੋਰਸਪੋਂਡਿੰਗ ਇਹਨਾਂ ਦੇ ਸੰਗਤ ਜਿਹੜੇ ਸਾਡੇ ਕੋਲ ਪ੍ਰਮੇय ਸੰਖਿਆਵਾਂ ਇੱਥੇ ਆਣੀਆਂ ਚਾਹੀਦੀਆਂ ਨੇ ਉਹ ਅਸੀਂ ਲਿਖਣੀਆਂ ਨੇ। ਇਸ ਤਰ੍ਹਾਂ ਦੇ 2-4 ਕੁਐਸਚਨ ਜਿਹੜੇ ਆਪਾਂ ਹੁਣ ਵੀਡੀਓ ਦੇ ਅਖੀਰ ਦੇ ਵਿੱਚ ਹੱਲ ਕਰਾਂਗੇ, ਠੀਕ ਹੈ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਕੰਮ ਕੀ ਹੋਏਗਾ? ਅਸੀਂ ਇਹ ਦੇਖਾਂਗੇ ਕਿ ਸਾਡੇ ਕੋਲ ਜਿਹੜਾ ਇਹਦੇ 'ਚ ਯੂਨਿਟ ਹੈ 0 ਤੋਂ 1, 1 ਤੋਂ 2 ਜਿਹੜੀਆਂ ਇਕਾਈਆਂ ਨੇ ਇਹਨਾਂ ਨੂੰ ਅਸੀਂ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੈ। ਉਹਦੇ ਤੋਂ ਬਾਅਦ ਫਿਰ ਅਸੀਂ ਇਹ ਦੇਖਾਂਗੇ ਕਿ ਕਿਹੜੇ ਅੱਖਰ ਦੇ ਨਾਲ ਸਾਡੇ ਕੋਲ ਕਿਹੜੀ ਪ੍ਰਮੇय ਸੰਖਿਆ ਆਏਗੀ, ਠੀਕ ਹੈ। ਤਾਂ 0 ਤੋਂ 1 ਤੱਕ ਅਗਰ ਅਸੀਂ ਦੇਖੀਏ ਤਾਂ 1, 2, 3 ਤੇ 4 ਭਾਗਾਂ ਦੇ ਵਿੱਚ ਇਸ ਪੂਰੀ ਯੂਨਿਟ ਨੂੰ ਵੰਡਿਆ ਗਿਆ ਹੈ। 1 ਤੋਂ 2 ਤੱਕ ਇਹ ਵੀ ਸਾਡੇ ਕੋਲ 4 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਕਹਿਣ ਦਾ ਭਾਵ ਹੈ ਕਿ 0 ਦੇ ਖੱਬੇ ਪਾਸੇ ਹੁਣ ਜਦੋਂ ਸੱਜੇ ਪਾਸੇ ਅਸੀਂ ਸ਼ੁਰੂ ਕਰਾਂਗੇ ਤਾਂ ਸਾਡੇ ਕੋਲ ਜਿਹੜੀ ਪਹਿਲੀ ਸੰਖਿਆ ਹੈ ਉਹ 1/4 ਹੋਏਗੀ। ਦੂਜੀ ਸੰਖਿਆ ਸਾਡੇ ਕੋਲ ਕੀ ਹੋਏਗੀ? 2/4, ਠੀਕ ਹੈ। ਤਾਂ ਇਸੇ ਤਰ੍ਹਾਂ ਅੱਗੇ ਚੱਲਾਂਗੇ 3/4, 4/4, 5/4 ਤੇ B ਜਿਹੜਾ ਹੈ ਇਹ ਸਾਡੇ ਕੋਲ ਬਣ ਜਾਏਗਾ 6/4, 7/4, 8/4 ਤੇ A ਦੀ ਜਗ੍ਹਾ ਤੇ ਸਾਡੇ ਕੋਲ ਕੀ ਆਏਗਾ? 9/4। ਇਸੇ ਢੰਗ ਦੇ ਨਾਲ ਜਦੋਂ ਅਸੀਂ 0 ਤੋਂ ਖੱਬੇ ਹੱਥ ਜਾਵਾਂਗੇ ਤਾਂ ਸਾਡੇ ਕੋਲ ऋणात्मक ਪ੍ਰਮੇय ਸੰਖਿਆਵਾਂ ਆਉਣਗੀਆਂ। तो पहला ਜਿਹੜਾ ਸਾਡੇ ਕੋਲ ਸਥਾਨ ਹੈ D ਦਾ ਇਹ -1/4 ਬਣੇਗਾ। ਇਸ ਤੋਂ ਬਾਅਦ ਇਹ -2/4 ਤੇ E ਵਾਲਾ ਸਥਾਨ ਸਾਡੇ ਕੋਲ -3/4 ਬਣ ਜਾਏਗਾ। ਔਰ ਇਸੇ ਢੰਗ ਦੇ ਨਾਲ F ਜਿਹੜਾ ਹੈ ਸਾਡੇ ਕੋਲ ਉਹ -4/4 ਤੋਂ ਬਾਅਦ -5/4 ਜਿਹੜਾ ਹੈ ਉਹ ਬਣ ਜਾਏਗਾ, ਠੀਕ ਹੈ। तो इस ढंग के नाल A, B, C, D, E ते F इन्हां दे कोरस्पोंडिंग जिहड़ियां साडे कोल प्रमेय संख्यावां सन वो असीं इस संख्या रेखा दे उत्ते निरूपित कर लईआं ने, ठीक है। तो हुण इस तो बाद अगला सवाल तुसीं ਇਹ ਸੰਖਿਆਵਾਂ ਨੂੰ ਦੇਖ ਕੇ ਜਲਦੀ ਅੰਦਾਜ਼ਾ ਲਗਾਉਣਾ ਹੈ ਕਿ ਇਹਨਾਂ ਅੱਖਰਾਂ ਦੇ ਨਾਲ ਸਾਡੇ ਕੋਲ ਕਿਹੜੀ ਪ੍ਰਮੇय ਸੰਖਿਆ ਉਹ ਆਣੀ ਚਾਹੀਦੀ ਹੈ, ਠੀਕ ਹੈ। तो ਪਹਿਲੇ ਤੋਂ ਬਾਅਦ ਜਿਹੜਾ ਦੂਜਾ ਸਵਾਲ ਹੈ ਸਾਡੇ ਕੋਲ ਇਹਦੇ ਵਿੱਚ ਅਸੀਂ फिर वही चीज़ देखनी है कि साडे कोल जिहड़ी एक इकाई है ये इकाइयां ने ये अगे किन्ने हिस्सियां दे विच वंडियां गईयां ने, ठीक है। तो असीं देख सकते हैं 0 तो 1 तक का जिहड़ा हिस्सा है साडे कोल 1, 2, 3, 4, 5, 6
6 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਠੀਕ ਹੈ, तो ਖੱਬੇ ਪਾਸੇ ਜਦੋਂ ਅਸੀਂ ਜਾਵਾਂਗੇ ਧਨਾਤਮਕ ਸੰਖਿਆਵਾਂ ਲਿਖਦੇ ਜਾਵਾਂਗੇ। ਇਹ ਸਾਡੇ ਕੋਲ ਸਭ ਤੋਂ ਪਹਿਲਾਂ 1/6 ਆਏਗਾ, ਫਿਰ 2/6 ਆਏਗਾ ਔਰ ਫਿਰ ਸਾਡੇ ਕੋਲ 3/6 ਆਏਗਾ। तो L ਜਿਹੜਾ ਅੱਖਰ ਹੈ ਸਾਡੇ ਕੋਲ ਉਹ 3/6 ਪਰਮੇय ਸੰਖਿਆ ਨੂੰ ਨਿਰੂਪਿਤ ਕਰਦਾ ਹੈ। ਇਸ ਤੋਂ ਬਾਅਦ 4/6 5/6 6/6 7/6 ਤੇ 8/6 ਜਿਹੜੀ ਸੰਖਿਆ k ਹੈ ਇਹ ਸਾਡੇ ਕੋਲ 8/6 ਨੂੰ ਨਿਰੂਪਿਤ ਕਰਦੀ ਹੈ। ਇਸੇ ਢੰਗ ਦੇ ਨਾਲ ਹੁਣ ਜਦੋਂ ਅਸੀਂ 0 ਤੋਂ ਖੱਬੇ ਪਾਸੇ ਵੱਲ ਨੂੰ ਜਾਵਾਂਗੇ ਤਾਂ ਰਿਣਾਤਮਕ ਪਰਮੇय ਸੰਖਿਆਵਾਂ ਸਾਡੇ ਕੋਲ ਆਉਣਗੀਆਂ। ਸਭ ਤੋਂ ਪਹਿਲਾਂ m ਜਿਹੜਾ ਹੈ ਇਹ ਸਾਡੇ ਕੋਲ -1/6 ਬਣੇਗਾ। ਠੀਕ ਹੈ, ਇਸ ਤੋਂ ਬਾਅਦ -2/6 -3/6 ਔਰ -4/6 ਸੰਖਿਆ n ਜਿਹੜਾ ਹੈ ਉਹ -4/6 ਪਰਮੇय ਸੰਖਿਆ ਨੂੰ ਦਰਸਾਏਗੀ। फिर -5/6 -6/6 ਤੇ ਉਹ ਜਿਹੜਾ ਹੈ ਸਾਡੇ ਕੋਲ -7/6 ਸੰਖਿਆ ਨੂੰ ਨਿਰੂਪਿਤ ਕਰੇਗਾ। ਠੀਕ ਹੈ, तो K L M N ਤੇ O ਦੇ ਕੋਰਸਪੋਂਡਿੰਗ ਜਿਹੜੇ ਸਾਡੇ ਕੋਲ ਇਹਨਾਂ ਦੇ ਸੰਗਤ ਪਰਮੇय ਸੰਖਿਆਵਾਂ ਸੀ ਉਹ ਸਾਰੀਆਂ ਅਸੀਂ ਇਹਦੇ ਵਿੱਚ ਅੰਕਿਤ ਕਰ ਲਈਆਂ ਨੇ। ਠੀਕ ਹੈ, तो ਅਗਲਾ ਤੀਸਰਾ ਸਾਡੇ ਕੋਲ ਸਵਾਲ ਹੈ। ਤੀਸਰੀ ਜਿਹੜੀ ਸੰਖਿਆ ਲਾਈਨ ਹੈ ਇਹਨੂੰ ਤੁਸੀਂ ਜਲਦੀ ਨਾਲ ਦੇਖਣਾ ਹੈ ਤੇ ਇਹਦੇ ਤੇ x y z ਜਾਂ u v w ਇਹਦੀ ਜਗ੍ਹਾ ਤੇ ਸਾਡੇ ਕੋਲ ਕਿਹੜੀਆਂ ਪਰਮੇय ਸੰਖਿਆਵਾਂ ਆਉਣਗੀਆਂ ਉਹ ਸੋਚਣਾ ਹੈ, ਉਹਨਾਂ ਦਾ ਆਨਸਰ ਕਰਨਾ ਹੈ। ਠੀਕ ਹੈ, ਹਾਂਜੀ, तो ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਕਿ ਜਿਹੜੀ 0 ਤੋਂ 1 ਤੱਕ ਦੀ ਇਹ ਸਾਡੇ ਕੋਲ ਪੂਰਾ ਹਿੱਸਾ ਸੀ, ਪੂਰੀ ਇਕਾਈ ਸੀ, ਇਹਨੂੰ ਅਸੀਂ ਕਿੰਨੇ ਹਿੱਸਿਆਂ ਦੇ ਵਿੱਚ ਵੰਡਿਆ ਹੈ। तो ਇਹਦੇ ਅਸੀਂ ਦੇਖ ਸਕਦੇ ਹਾਂ 1 2 3 4 5 6 7 8 9 10 ਤੇ 11 ਇਹਨੂੰ ਅਸੀਂ 11 ਹਿੱਸਿਆਂ ਦੇ ਵਿੱਚ ਵੰਡਿਆ ਹੈ ਪੂਰੇ ਨੂੰ। ਸੋ ਅਸੀਂ ਜਿੰਨੀਆਂ ਵੀ ਪਰਮੇय ਸੰਖਿਆਵਾਂ ਇਹਦੇ ਤੇ ਨਿਰੂਪਿਤ ਕਰਾਂਗੇ ਉਹਨਾਂ ਦੇ ਵਟਾ ਜਿਹੜਾ ਹਰ ਦੇ ਵਿੱਚ ਉਹ 11 ਆਏਗਾ। ਠੀਕ ਹੈ, 0 ਤੋਂ ਆਪਾਂ ਸ਼ੁਰੂ ਕਰਦੇ ਹਾਂ। ਪਹਿਲਾਂ ਖੱਬੇ ਪਾਸੇ ਦੇਖ ਲੈਂਦੇ ਹਾਂ। ਖੱਬੇ ਪਾਸੇ ਰਿਣਾਤਮਕ ਸੰਖਿਆਵਾਂ ਆਣਗੀਆਂ ਤਾਂ w ਜਿਹੜਾ ਹੈ 1/11 ਨੂੰ ਨਿਰੂਪਿਤ ਕਰੇਗਾ। ਫਿਰ ਇਹ 2/11 ਤੇ ਇਹ u ਜਿਹੜਾ ਹੈ ਸਾਡੇ ਕੋਲੇ -3/11 ਨੂੰ ਨਿਰੂਪਿਤ ਕਰਦਾ ਹੈ। 0 ਤੋਂ ਸੱਜੇ ਪਾਸੇ ਜਾਂਦੇ ਹਾਂ v ਜਿਹੜਾ ਹੈ ਸਾਡੇ ਕੋਲ 1/11 ਨੂੰ ਨਿਰੂਪਿਤ ਕਰੇਗਾ। ਉਸ ਤੋਂ ਬਾਅਦ 2/11 3/11 4/11 ਤੇ 5/11 ਸਾਡੇ ਕੋਲ z ਦੀ ਜਗ੍ਹਾ ਆਏਗਾ। 6/11 7 8 ਤੇ ਫਿਰ y ਦੀ ਜਗ੍ਹਾ ਤੇ 9/11 ਆਏਗਾ। 10/11 ਤੇ ਇਹ ਸਾਡੇ ਕੋਲ 11/11 12/11 ਤੇ 13/। ਇਸੇ ਤਰ੍ਹਾਂ ਵਿਦਿਆਰਥੀਓ ਸਾਡੇ ਕੋਲ 2 ਸਵਾਲ ਹੋਰ ਨੇ, ਜਲਦੀ ਆਪਾਂ ਇਹ ਸੋਲਵ ਕਰਨੇ ਨੇ। ਠੀਕ ਹੈ, तो ਤੁਸੀਂ ਗੈਸ ਕਰਨਾ ਹੈ ਇਹਨਾਂ ਸੰਖਿਆਵਾਂ ਇਹਨਾਂ ਅੱਖਰਾਂ ਦੇ ਨਾਲ ਕਿਹੜੀ ਸਾਡੇ ਕੋਲ ਪਰਮੇय ਸੰਖਿਆ ਆਏਗੀ। ਠੀਕ ਹੈ, ਫਿਰ ਅਸੀਂ ਦੇਖਦੇ ਹਾਂ ਕਿ ਤੁਹਾਡਾ ਗੈਸ ਸਹੀ ਗਿਆ ਜਾਂ ਨਹੀਂ। ਇਸੇ ਤਰ੍ਹਾਂ ਅਗਲਾ ਸਵਾਲ ਵੀ ਤੁਸੀਂ ਦੇਖ ਸਕਦੇ ਹੋ ਕਰਨ ਤੋਂ ਪਹਿਲਾਂ। ਠੀਕ ਹੈ, तो ਉਹਦੇ ਲਈ ਹੁਣ ਫਿਰ ਆਪਾਂ ਕੀ ਕਰਨਾ ਹੈ, ਇੱਥੇ ਸਾਡੇ ਕੋਲ -1 ਆਏਗਾ ਕਿ 0 ਤੋਂ -1 ਤੱਕ ਦੀ ਜਿਹੜੀ ਸਾਡੇ ਕੋਲ ਯੂਨਿਟ ਹੈ, ਇਕਾਈ ਹੈ, ਇਹਨੂੰ ਅਸੀਂ ਕਿੰਨੇ ਹਿੱਸਿਆਂ ਦੇ ਵਿੱਚ ਵੰਡਿਆ। ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ 1 2 3 4 5 6 7 8 9 10 11 12 ਤੇ 13 ਹਿੱਸਿਆਂ ਦੇ ਵਿੱਚ ਆਪਾਂ ਇਹਨੂੰ ਵੰਡਿਆ ਹੈ। ਭਾਵ ਕਿ ਸਾਡੇ ਕੋਲ ਇੱਥੇ ਜਿਹੜੀਆਂ ਸੰਖਿਆਵਾਂ ਆਉਣਗੀਆਂ ਉਹ 1/13 0 ਦੇ ਸੱਜੇ ਪਾਸੇ 1/13 ਆਏਗਾ ਤੇ ਫਿਰ ਇਹ ਸਾਡੇ ਕੋਲ 2/13 ਇਹ ਜਿਹੜਾ ਲੈਟਰ ਹੈ ਉਹ ਸਾਡੇ ਕੋਲ 2/13 ਨੂੰ ਨਿਰੂਪਿਤ ਕਰਦਾ ਹੈ, ਦਰਸਾਉਂਦਾ ਹੈ। ਇਸੇ ਢੰਗ ਦੇ ਨਾਲ ਖੱਬੇ ਪਾਸੇ -1/13 -2/13 ਤੇ -3/13 ਆਏਗਾ। -4/13 -5/13 -6/13 -7/13 ਤੇ -8/13। ਇਸ ਤੋਂ ਬਾਅਦ -9/13 -10/13 -11/13 -12/13 -13/13 ਇੱਥੇ -12/13। ਉਸ ਤੋਂ ਬਾਅਦ -14/13 ਤੇ -15/13। ਠੀਕ ਹੈ, ਤੇ ਮੈਨੂੰ ਲੱਗਦਾ ਵੀ ਤੁਸੀਂ ਬਿਲਕੁਲ ਸਹੀ ਗੈਸ ਕੀਤੇ ਹੋਣਗੇ। ਜਿਹੜੀਆਂ ਸੰਖਿਆਵਾਂ ਇੱਥੇ ਮੈਂ ਅੰਕਿਤ ਕੀਤੀਆਂ ਨੇ ਉਹ ਤੁਸੀਂ ਪਹਿਲਾਂ ਹੀ ਸੋਚ ਲਈਆਂ ਸੀਗੀਆਂ। तो ਜਿਨ੍ਹਾਂ ਦਾ ਆਨਸਰ ਸਹੀ ਸੀ ਵੈਰੀ ਗੁੱਡ, ਸ਼ਾਬਾਸ਼ ਉਹਨਾਂ ਦੇ ਬਹੁਤ ਜ਼ਿਆਦਾ। ਠੀਕ ਹੈ, तो ਇਸੇ ਤਰ੍ਹਾਂ ਪੰਜਵਾਂ ਲਾਸਟ ਜਿਹੜਾ ਕੁਐਸਚਨ ਹੈ ਸਾਡੇ ਕੋਲ ਇਸ ਵੀਡੀਓ ਦਾ ਇਹ ਆਪਾਂ ਡਿਸਕਸ ਕਰਾਂਗੇ। ਠੀਕ ਹੈ, तो ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ 0 ਤੋਂ 1 ਤੱਕ ਦੀ ਜਿਹੜੀ ਇਕਾਈ ਹੈ ਇਹਨੂੰ ਅਸੀਂ 3 ਹਿੱਸਿਆਂ ਦੇ ਵਿੱਚ ਵੰਡਿਆ ਹੈ। तो 3 ਦੇ ਵਿੱਚ ਵੰਡਿਆ ਹੈ ਇਹਦਾ ਮਤਲਬ ਇੱਥੇ ਜਿਹੜੀਆਂ ਸੰਖਿਆਵਾਂ ਸਾਡੇ ਕੋਲ 1/3 2/3 ਇਸ ਢੰਗ ਦੇ ਨਾਲ ਆਉਣਗੀਆਂ 3/3 4/3 ਤੇ 5/3। ਠੀਕ ਹੈ, ਇਸੇ ਢੰਗ ਦੇ ਨਾਲ ਦੂਜੇ ਪਾਸੇ 0 ਦੇ ਖੱਬੇ ਪਾਸੇ -1/3 -2/3 -3/3 -4/3 -5/3 -6/3 ਤੇ -7/3 ਕਿਉਂ ਦੀ ਜਗ੍ਹਾ ਤੇ ਆਏਗਾ। -8/3 -9/3 ਤੇ
9/3 ਤੋਂ ਬਾਅਦ -10/3। ਠੀਕ ਹੈ, ਤੋ ਇਹ ਸੰਖਿਆਵਾਂ ਵੀ ਮੈਨੂੰ ਉਮੀਦ ਹੈ ਕਿ ਤੁਸੀਂ ਪਹਿਲਾਂ ਹੀ ਮੇਰੇ ਲਿਖਣ ਤੋਂ ਬੁੱਝ ਲਈਆਂ ਸੀਗੀਆਂ। ਠੀਕ ਹੈ, ਤੋ ਇਸ ਤਰ੍ਹਾਂ ਅਸੀਂ ਅੱਜ ਦੇ ਇਸ ਲੈਸਨ ਦੇ ਵਿੱਚ ਪਰਮੇਯ ਸੰਖਿਆਵਾਂ ਨੂੰ ਕਿਵੇਂ ਅਸੀਂ ਸੰਖਿਆ ਰੇਖਾ ਦੇ ਉੱਤੇ ਦਰਸਾ ਸਕਦੇ ਹਾਂ ਉਹਦੇ ਬਾਰੇ ਅਸੀਂ ਸਿੱਖਿਆ ਹੈ। ਮੈਨੂੰ ਪੂਰੀ ਉਮੀਦ ਹੈ ਕਿ ਹਰ ਇੱਕ ਚੀਜ਼ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਸੁਣਿਆ ਹੋਏਗਾ, ਸਮਝਿਆ ਹੋਏਗਾ, ਨੋਟ ਵੀ ਕੀਤਾ ਹੋਏਗਾ। ਠੀਕ ਹੈ ਵਿਦਿਆਰਥੀਓ, ਤੋ ਇਸ ਤੋਂ ਬਾਅਦ ਅਗਲੇ ਲੈਸਨ ਦੇ ਵਿੱਚ ਫਿਰ ਆਪਾਂ ਇੱਕ ਨਵੇਂ ਕਨਸੈਪਟ, ਨਵੀਂ ਐਕਸਰਸਾਈਜ਼, ਨਵੇਂ ਅਭਿਆਸ ਦੇ ਨਾਲ ਫਿਰ ਦੁਬਾਰਾ ਮਿਲਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।